ਵਾਹਿਗੁਰੂ ਸਾਹਿਬ ਜੀ। ਧੰਨ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸੰਗਤ ਜੀ, ਅੱਜ ਅਸੀਂ ਆਪ ਜੀ ਦੇ ਨਾਲ ਜੋ ਵਿਸ਼ਾ ਸਾਂਝਾ ਕਰਨ ਜਾ ਰਹੇ ਹਾਂ, ਉਸ ਵਿਸ਼ੇ ਦਾ ਨਾਮ ਹੈ ਖਟ ਕਰਮ। ਦੁਨੀਆ ਵਿੱਚ ਆ ਕੇ ਜੈਸੇ ਜੈਸੇ ਕੰਮ ਪੁਰਸ਼ ਕਰਦਾ ਹੈ, ਚਾਹੇ ਉਹ ਕੰਮ ਚੰਗੇ ਚਾਹੇ ਉਹ ਕੰਮ ਮੰਦੇ, ਉਹਨਾਂ ਦਾ ਨਾਮ ਕਰਮ ਕਿਹਾ ਜਾਂਦਾ ਹੈ। ਤੇ ਉਹਨਾਂ ਕਰਮਾਂ ਅਨੁਸਾਰ ਹੀ ਜੀਵ ਨੂੰ ਸੁੱਖ ਅਤੇ ਦੁੱਖ ਆਦਿਕ ਤੇ ਧਨ ਸੰਪਦ ਆਦਿਕ ਪਦਾਰਥ ਪ੍ਰਾਪਤ ਹੁੰਦੇ ਹਨ। ਜੈਸੇ ਕਿ ਪਿੱਛੇ ਲਿਖਿਆ ਹੈ। ਹੁਣ ਇੱਥੇ ਕੇਵਲ 6 ਕਰਮਾਂ ਦਾ ਵੇਰਵਾ ਲਿਖਦਾ ਹਾਂ। ਇਹ 6 ਕਰਮ ਗ੍ਰੰਥਕਾਰਾਂ ਨੇ ਬ੍ਰਾਹਮਣਾਂ ਦੇ ਲਿਖੇ ਹਨ। ਜੈਸੇ ਪਹਿਲਾ ਹੈ ਅਧਿਐਨ, ਦੂਸਰਾ ਹੈ ਅਧਾਪਨ, ਤੀਸਰਾ ਹੈ ਯਜਨ, ਚੌਥਾ ਹੈ ਯਾਜਨ, ਪੰਜਵਾਂ ਹੈ ਦਾਨ ਤੇ ਛੇਵਾਂ ਹੈ ਪ੍ਰਤਿਗ੍ਰਹਿ। ਅਰਥਾਤ ਵਿਦਿਆ ਪੜ੍ਹਨੀ ਤੇ ਪੜ੍ਹਾਉਣੀ ਤੇ ਦਾਨ ਕਰਨਾ ਤੇ ਕਰਾਉਣਾ ਤੇ ਲੈਣਾ, ਜਗ ਕਰਨਾ ਤੇ ਕਰਾਉਣਾ। ਇਹ 6 ਕਰਮ ਬ੍ਰਾਹਮਣਾਂ ਦੇ ਹਨ ਤੇ ਇਹਨਾਂ ਕਰਮਾਂ ਦੇ ਕਾਰਨ ਕਰਕੇ ਹੀ ਬ੍ਰਾਹਮਣ ਸਦਾ ਸਕਦਾ ਹੈ। ਉਹ ਬ੍ਰਾਹਮਣ ਸਦਾ ਸਕਦਾ ਹੈ। ਜਿਹੜਾ ਇਹਨਾਂ ਕਰਮਾਂ ਤੋਂ ਰਹਿਤ ਹੈ, ਉਹ ਬ੍ਰਾਹਮਣ ਸਦਾਵਣ ਦੇ ਲਾਇਕ ਨਹੀਂ ਹੈ। ਹੋਰ 6 ਕਰਮ ਜੋਗੀਆਂ ਯੋਗ ਅਭਿਆਸ ਕਰਨ ਵਾਲਿਆਂ ਦੇ ਇਹ ਹਨ, ਜੋ ਹੇਠ ਲਿਖੇ ਜਾਂਦੇ ਹਨ, ਜਿਨ੍ਹਾਂ ਨੂੰ ਕਰਦੇ ਹੋਏ ਜੋਗੀ ਜਨ ਮਨ ਨੂੰ ਪਵਿੱਤਰ ਕਰਦੇ ਹੋਏ ਦਸਮ ਦਵਾਰ ਪ੍ਰਾਣ ਚੜਾ ਕੇ ਗਿਆਨ ਦੀ ਪ੍ਰਾਪਤੀ ਦੁਆਰਾ ਵਾਹਿਗੁਰੂ ਦੀ ਪ੍ਰਾਪਤੀ ਕਰਦੇ ਹਨ। ਪਹਿਲਾ ਹੈ ਧੋਤੀ। 4 ਉਂਗਲ ਚੌੜੀ 15 ਹੱਥ ਲੰਮੀ ਬਰੀਕ ਬਸਤਰ ਦੀ ਪੱਟੀ ਕੋਸੇ ਪਾਣੀ ਨਾਲ ਭਿਉਂ ਕੇ ਇੱਕ ਇੱਕ ਹੱਥ ਰੋਜ਼ ਨਿਗਲਣ ਦਾ ਅਭਿਆਸ ਕਰਨਾ, ਔਰ 15 ਦਿਨਾਂ ਵਿੱਚ 15 ਹੱਥ ਨਿਗਲ ਲੈਣੀ। ਪਿਛਲਾ ਕਿਨਾਰਾ ਦੰਦਾਂ ਵਿੱਚ ਮਜ਼ਬੂਤ ਫੜ ਰੱਖਣਾ, ਔਰ ਪੱਟੀ ਨੂੰ ਸਣੇ ਬਾਹਰ ਨਿਕਾਲਣਾ। ਇਸ ਤਰ੍ਹਾਂ ਕਰਨ ਨਾਲ ਅੰਤੜੀਆਂ ਆਂਦਰਾਂ ਦੀ ਸਫਾਈ ਹੁੰਦੀ ਹੈ। ਦੂਜੀ ਹੈ ਨੇਤ। 1 ਗਿੱਠ ਲੰਮਾ ਸੂਤਰ ਦਾ ਡੋਰਾ ਬਰੀਕ ਔਰ ਮੁਲਾਇਮ ਲੈ ਕੇ ਪੂਰਕ ਕਰਕੇ ਨੱਕ ਵਿੱਚ ਚੜਾਉਣਾ, ਪ੍ਰਾਣਾਂ ਦੇ ਬਲ ਕਰਕੇ ਉਸ ਦਾ ਸਿਰਾ ਮੁਖ ਦੇ ਰਸਤੇ ਕੱਢਣਾ, ਔਰ ਦੋਵੇਂ ਸਿਰੇ ਫੜ ਕੇ ਸਨੇ ਨਾਸਕਾ ਔਰ ਕੰਠ ਦੀ ਸਫਾਈ ਕਰਨੀ। ਤੀਜੀ ਹੈ ਨਿਉਲੀ। ਦੋਵੇਂ ਕੰਧੇ ਮੋਢੇ ਨੀਵੇਂ ਕਰਕੇ ਪਿੱਠ ਦਾ ਵੱਲ ਕੱਢ ਕੇ ਸਿੱਧਾ ਬੈਠਣਾ, ਪ੍ਰਾਣਾਂ ਦੇ ਬਲ ਕਰਕੇ ਪੇਟ ਨੂੰ ਸੱਜੇ ਖੱਬੇ ਉੱਪਰ ਹੇਠ ਇਸ ਤਰ੍ਹਾਂ ਚਲਾਏਮਾਨ ਕਰਨਾ, ਜੈਸੇ ਮਧਾਣੀ ਦੇ ਫਿਰਨ ਕਰਕੇ ਮੱਟ ਦੇ ਵਿੱਚ ਦਹੀਂ ਦੀ ਗਤੀ ਹੁੰਦੀ ਹੈ। ਚੌਥੀ ਹੈ ਵਸਤੀ। ਨਾਭੀ ਤਾਈਂ ਪਾਣੀ ਵਿੱਚ ਬੈਠ ਕੇ 6 ਉਂਗਲ ਦੀ ਲੰਮੀ ਉਂਗਲ ਜਿਤਨੀ ਮੋਟੀ ਥੋਥੀ ਬਾਂਸ ਦੀ ਨਲਕੀ ਲੈ ਕੇ 4 ਉਂਗਲ ਗੁਦਾ ਵਿੱਚ ਪ੍ਰਵੇਸ਼ ਕਰਨੀ, ਔਰ ਪ੍ਰਾਣ ਬਲ ਕਰਕੇ ਉਸ ਦੁਆਰਾ ਜਲ ਖਿੱਚ ਕੇ ਅੰਤੜੀ ਸਾਫ਼ ਕਰਨੀ। ਪੰਜਵੀਂ ਹੈ ਤਰਾਟਕ। ਨੇਤਰਾਂ ਦੀ ਟੱਕ ਕਿਸੇ ਖਾਸ ਚਿੰਨ੍ਹ ਉੱਤੇ ਲਾ ਕੇ ਉਸ ਵੇਲੇ ਤਾਈਂ ਇੱਕ ਰਸ ਦੇਖਦੇ ਰਹਿਣਾ, ਜਦੋਂ ਤਾਈਂ ਨੇਤਰਾਂ ਵਿੱਚ ਜਲ ਆ ਕੇ ਦ੍ਰਿਸ਼ਟੀ ਥੱਕ ਨਾ ਜਾਵੇ। ਛੇਵੀਂ ਹੈ ਪਸਰਾ। ਕਪਾਲ ਭਾਤ ਲੋਹਾਰ ਦੀ ਧੌਂਕਲੀ ਸਮਾਨ ਰੇਚਕ ਪੂਰਬ ਦੁਆਰਾ ਪ੍ਰਾਣਾਂ ਨੂੰ ਬਾਰ-ਬਾਰ ਚੜਾਉਣਾ ਉਤਾਰਨਾ। ਭੁਜੰਗਮ। ਕੁੰਡਲਨੀ ਨਾੜੀ ਜੋ ਸੁਖਮਨਾ ਦਾ ਦਰ ਬੰਦ ਰੱਖਦੀ ਹੈ, ਔਰ ਜਿਸ ਨੂੰ ਮਹਾ ਕਸ਼ਟ ਸਾਥ ਪ੍ਰਾਣ ਅਭਿਆਸ ਦੇ ਬਲ ਕਰਕੇ ਜੋਗੀ ਜਨ ਪਰੇ ਹਟਾਉਂਦੇ ਹਨ। ਪਾਠੀ। ਮਾਲਿਸ਼ ਨਾਲ ਜੀਭ ਪਤਲੀ ਔਰ ਇਤਨੀ ਲੰਮੀ ਕਰਨੀ ਜੋ ਭੌਹਾਂ ਨੂੰ ਛੋਹ ਜਾਵੇ, ਔਰ ਉਸ ਨੂੰ ਮੋੜ ਕੇ ਕੰਠ ਵਿੱਚ ਪ੍ਰਵੇਸ਼ ਕਰਨਾ, ਜਿਸ ਕਰਕੇ ਜੀਭ ਦੀ ਨੋਕ ਤਾਲੂਏ ਦੇ ਉੱਪਰ ਜੋ ਛੇਦ ਹੈ ਉਸ ਨੂੰ ਬੰਦ ਕਰ ਲਵੇ।
ਐਸਾ ਕਰਨ ਨਾਲ ਪ੍ਰਾਣ ਅਭਿਆਸ ਤੋਂ ਉਤਪੰਨ ਹੋਈ ਗਰਮੀ ਤ੍ਰਿਕੁਟੀ ਦੇ ਖੱਬੇ ਪਾਸੇ ਜੋਗੀਆਂ ਦੇ ਧਿਆਨ ਕੀਤੇ ਹੋਏ ਚੰਦਰਮਾ ਤੋਂ ਅੰਮ੍ਰਿਤ ਟਪਾਉਂਦੀ ਹੈ। ਯੋਗ ਗ੍ਰੰਥਾਂ ਵਿੱਚ ਇਸ ਰਸ ਦਾ ਨਾਮ ਅਮਰ ਵਾਰਣੀ ਲਿਖਿਆ ਹੈ। ਗੁਰਮਤਿ ਪ੍ਰਭਾਕਰ ਇਤਿਆਦਿਕ 6 ਕਰਮ ਜੋਗੀਆਂ ਦੇ ਲਿਖੇ ਹਨ, ਜੋ ਬ੍ਰਾਹਮਣਾਂ ਤੇ ਜੋਗੀ ਜਨਾਂ ਦੇ 6 ਕਰਮਾਂ ਦਾ ਵੇਰਵਾ ਦੱਸਿਆ ਹੈ ਤੇ ਇਹੋ ਹੀ ਦੋਹਾਂ ਤਰ੍ਹਾਂ ਦੇ 6 ਕਰਮ ਗਿਣੇ ਗਏ ਹਨ। ਤੇ ਗੁਰੂ ਸਾਹਿਬ ਜੀ ਨੇ ਬਾਣੀ ਵਿੱਚ ਬਹੁਤ ਜਗ੍ਹਾ ਇਹਨਾਂ ਦਾ ਜ਼ਿਕਰ ਕੀਤਾ ਹੈ। ਗੁਰੂ ਸਾਹਿਬ ਜੀ ਨੇ ਨਿਰਾ ਇਹਨਾਂ ਕਰਮਾਂ ਦੇ ਕਾਰਨ ਤੋਂ ਹੀ ਮੁਕਤੀ ਦੀ ਪ੍ਰਾਪਤੀ ਨਹੀਂ ਦੱਸੀ, ਪਰੰਤੂ ਦੱਸਿਆ ਹੈ ਕਿ ਇਹ ਕਰਮ ਕਰਦਾ ਹੋਇਆ ਜੀਵ ਜੇ ਭਗਤੀ ਨਹੀਂ ਕਰਦਾ, ਪਰਮੇਸ਼ਵਰ ਦੇ ਚਰਨਾਂ ਨਾਲ ਮਨ ਨਹੀਂ ਜੋੜਦਾ, ਤਾਂ ਉਸ ਦੇ ਕੀਤੇ ਹੋਏ ਕਰਮ ਸਭ ਨਿਸਫਲ ਹਨ। ਜੈਸੇ ਕਿ ਸਤਿਗੁਰੂ ਗੁਰਬਾਣੀ ਰਾਹੀਂ ਕੇਦਾਰਾ ਰਾਗ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ ਰਾਹੀਂ ਫਰਮਾਉਂਦੇ ਹਨ, ਖਟ ਕਰਮ ਕੁਲ ਸੰਯੁਗਤ ਹੈ, ਹਰ ਭਗਤ ਹਿਰਦੈ ਨਾਹੇ, ਚਰਨਾਰ ਬਿੰਦ ਨ ਕਥਾ ਭਾਵੈ, ਸੁਪਚ ਤੁਲ ਸਮਾਨ। ਅੱਗੇ ਫਿਰ ਸਤਿਗੁਰੂ ਜੀ ਪ੍ਰਭਾਤੀ ਰਾਗ ਵਿੱਚ ਅਸ਼ਟਪਦੀਆਂ ਦੇ ਸਰਲੇਖ ਹੇਠ ਸਤਿਗੁਰੂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਫਰਮਾ ਰਹੇ ਹਨ, ਨਿਵਲੀ ਕਰਮ ਭੁਯੰਗਮ ਪਾਠੀ, ਰੇਚਕ ਪੂਰਕ ਕੁੰਭ ਕਰੈ, ਬਿਨ ਸਤਿਗੁਰ ਕਿਛ ਸੋਝੀ ਨਾਹੀ, ਭਰਮੇ ਭੂਲਾ ਬੂੜ ਮਰੈ, ਅੰਧਾ ਭਰਿਆ ਭਰ ਭਰ ਧੋਵੈ, ਅੰਤਰ ਕੀ ਮਲ ਕਦੇ ਨ ਲਹੈ, ਨਾਮ ਬਿਨਾ ਫੋਕਟ ਸਭ ਕਰਮਾਂ, ਜਿਉ ਬਾਜੀਗਰ ਭਰਮ ਭੁਲੈ। ਸੋ ਗੁਰੂ ਘਰ ਵਿੱਚ ਉਹ ਕਰਮ ਸਫਲੇ ਗਿਣੇ ਗਏ ਹਨ ਜਿਨ੍ਹਾਂ ਵਿੱਚ ਪਰਮੇਸ਼ਰ ਦੀ ਭਗਤੀ ਕੀਤੀ ਜਾਵੇ। ਜਿੱਥੇ ਭਜਨ ਨਹੀਂ ਹੈ, ਉੱਥੇ ਦੇ ਕੀਤੇ ਹੋਏ ਕਰਮ ਨਿਰੇ ਦਿਖਾਵੇ ਮਾਤਰ ਹੀ ਹਨ। ਜੈਸੇ ਕਿ ਸਤਿਗੁਰੂ ਜੀ ਸੂਹੀ ਰਾਗ ਵਿੱਚ ਪੰਚਮ ਗੁਰਦੇਵ ਫਰਮਾ ਰਹੇ ਹਨ, ਕਰਮ ਧਰਮ ਪਾਖੰਡ ਜੋ ਦੀਸਹਿ, ਤਿਨ ਜਮ ਜਾ ਗਾਤੀ ਲੂਟੈ, ਨਿਰਬਾਣ ਕੀਰਤਨ ਗਾਵਹੁ ਕਰਤੇ ਕਾ, ਨਿਮਕ ਸਿਮਰਤ ਜਿਤ ਛੂਟੈ। ਅੱਗੇ ਫਿਰ ਸਤਿਗੁਰੂ ਆਸਾ ਰਾਗ ਵਿੱਚ ਚੌਥੇ ਪਾਤਸ਼ਾਹ ਜੀ ਵੀ ਫਰਮਾ ਰਹੇ ਹਨ, ਤੇਰੇ ਅਨੇਕ ਪੜਹਿ ਬਹੁ ਸਿਮਰਤ ਸਾਸਤ ਜੀ, ਕਰ ਕਿਰਿਆ ਖਟ ਕਰਮ ਕਰੰਤਾ, ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵਹਿ ਮੇਰੇ ਹਰ ਭਗਵੰਤਾ। ਇਹਨਾਂ ਤੁਕਾਂ ਵਿੱਚ ਸਤਿਗੁਰੂ ਜੀ ਨੇ ਕਰਮ ਧਰਮ ਨਾਮ ਤੋਂ ਬਿਨਾਂ ਜੋ ਹਨ ਪਖੰਡ ਰੂਪ ਦੱਸੇ ਹਨ ਤੇ ਐਸੇ ਕਰਮ ਕਰਨ ਵਾਲਿਆਂ ਨੂੰ ਜੋ ਕੇਵਲ ਭਗਤੀ ਤੋਂ ਬਿਨਾਂ ਦਿਖਾਵੇ ਮਾਤਰ ਕਰਦੇ ਹਨ, ਜਮਾਂ ਦੀ ਜਗਾਤ ਲੱਗਦੀ ਹੈ ਤੇ ਨਿਰਾ ਸਿਮਰਤ ਸ਼ਾਸਤਰ ਪੜਿਆ ਹੋਇਆ ਪਾਰ ਉਤਾਰਾ ਨਹੀਂ ਹੋ ਸਕਦਾ। ਪਰ ਜਿਨ੍ਹਾਂ ਨੇ ਵਾਹਿਗੁਰੂ ਦਾ ਸਿਮਰਨ ਥੋੜਾ ਚਿਰ ਵੀ ਕੀਤਾ ਹੈ, ਉਹ ਹੀ ਭਲੇ ਹਨ ਤੇ ਉਹਨਾਂ ਦੇ ਕਰਮ ਸਫਲੇ ਹਨ। 2 ਤਰ੍ਹਾਂ ਦੇ ਕਰਮ ਹੋਰ ਵੀ ਹਨ, ਇੱਕ ਨਿਸਕਾਮ ਤੇ ਇੱਕ ਸਕਾਮ। ਸੋ ਨਿਸਕਾਮ ਕਰਮ ਉਹ ਹਨ ਜਿਹੜੇ ਕਿ ਬਿਨਾਂ ਕਿਸੇ ਇੱਛਾ ਤੋਂ ਕੀਤੇ ਜਾਣ ਤੇ ਸਕਾਮ ਉਹ ਹਨ ਜਿਹੜੇ ਕਿ ਇੱਛਾ ਸਹਿਤ ਕੀਤੇ ਜਾਣ। ਇਹਨਾਂ ਵਿੱਚੋਂ ਨਿਸਕਾਮ ਕਰਮਾਂ ਦਾ ਪਹਿਲਾ ਨੰਬਰ ਹੈ ਤੇ ਇਹੋ ਹੀ ਵਾਹਿਗੁਰੂ ਨਾਲ ਭਜਨ ਕਰਦਿਆਂ ਹੋਇਆਂ ਅਭੇਦ ਕਰਦੇ ਹਨ। ਸੋ ਹਰ ਇੱਕ ਜੀਵ ਨੂੰ ਚਾਹੀਦਾ ਕਿ ਅੰਦਰੋਂ ਬਾਹਰੋਂ ਇੱਕੋ ਜਿਹਾ ਹੋ ਕੇ ਪਖੰਡ ਨੂੰ ਛੱਡ ਕੇ ਸ੍ਰੇਸ਼ਟ ਕਰਮ ਕਰੇ, ਜਿਨ੍ਹਾਂ ਕਰਮਾਂ ਦੇ ਕਰਨ ਕਰਕੇ ਦੁਨੀਆ ਵਿੱਚੋਂ ਪਾਰ ਉਤਾਰਾ ਹੋ ਸਕਦਾ ਹੈ। ਸੋ ਭਗਤ ਜੀ ਆਪਣਾ ਕਵਿਤ ਲਿਖਦੇ ਹਨ, ਆਓ ਇਸ ਕਵਿਤ ਨੂੰ ਸਰਵਣ ਕਰਨ ਦੇ ਲਾਹੇ ਪ੍ਰਾਪਤ ਕਰੀਏ। ਉਹ ਲਿਖਦੇ ਹਨ, ਕਰਮ ਸੰਸਾਰ ਉੱਤੇ ਸ਼ੁਭ ਸੋਹਣੇ ਕਰਦਾ ਹੈ, ਜਿਨ੍ਹਾਂ ਕੰਮਾਂ ਤਾਈਂ ਕੀਤੇ ਹੁੰਦਾ ਜਗ ਮਾਨ ਜੀ, ਕਰਮ 6 ਕਰਨੇ ਤੇ ਉੱਚੀ ਕੁਲ ਵਾਲਾ ਹੋਣਾ, ਦਿਲ ਵਿੱਚ ਦਇਆ ਧਾਰ ਕਰੇ ਸਦਾ ਦਾਨ ਜੀ, ਇਹ ਤੇ ਕਰਮ ਸਾਰੇ ਸਫਲ ਤਦ ਹੋਮਦੇ ਨੇ, ਜਦੋਂ ਦਿਲ ਲਾ ਕੇ ਕਰੇ ਪ੍ਰਭੂ ਦਾ ਧਿਆਨ ਜੀ,
ਜੀਵਣਾ ਜਗਤ ਵਿੱਚ ਸਫਲਾ ਹੈ ਜਾਣੋ ਤਦ, ਦਿਲ ਵਿੱਚ ਭਗਤ ਹੋਵੇ ਪ੍ਰਭੂ ਦਾ ਗਿਆਨ ਜੀ। ਜੀਵਣਾ ਜਗਤ ਵਿੱਚ ਸਫਲ ਹੈ ਜਾਣੋ ਤਦ, ਦਿਲ ਵਿੱਚ ਭਗਤ ਹੋਵੇ ਪ੍ਰਭੂ ਦਾ ਗਿਆਨ ਜੀ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।